सत श्री अकाल, नमस्कार। तुम देख रहे हो FYI मीडिया। मैं हाँ तुहाडे नाल अर्शदीप। ਤੁਹਾਨੂੰ पता है कि BC ਦੇ ਵਿੱਚ ਇਲੈਕਸ਼ਨ ਜਿਹੜੀਆਂ ਨੇ ਹੋਣ ਜਾ ਰਹੀਆਂ ਨੇ। ਸਨੈਪ ਇਲੈਕਸ਼ਨ ਕਾਲ ਕੀਤੀ ਗਈ ਹੈ ਜੌਨ ਹੋਰਗਨ ਦੇ ਵੱਲੋਂ। NDP ਲੀਡਰ ਦੇ ਵੱਲੋਂ ਜਦੋਂ ਪ੍ਰੀਮੀਅਰ ਸੀਗੇ ਉਹਨਾਂ ਦੇ ਵੱਲੋਂ ਜੋ ਹੈ ਇਲੈਕਸ਼ਨ ਕਾਲ ਕੀਤੀ ਗਈ ਹੈ ਤੇ ਹਰ ਪਾਸੇ ਹੁਣ ਇਲੈਕਸ਼ਨ ਦੀਆਂ ਗੱਲਾਂ ਹੀ ਹੋ ਰਹੀਆਂ ਨੇ, ਖਾਸ ਕਰਕੇ ਸਾਡੇ BC ਦੇ ਵਿੱਚ। ਤੇ ਨਾਲ ਜੇ ਅਸੀਂ ਸਾਡੇ ਗੁਆਂਢੀ ਮੁਲਕ ਦੀ ਗੱਲ ਕਰੀਏ, ਅਮਰੀਕਾ ਦੇ ਵਿੱਚ ਵੀ ਸਭ ਤੋਂ ਵੱਡੀਆਂ ਜਿਹੜੀਆਂ ਇਲੈਕਸ਼ਨ ਹੋਣ ਜਾ ਰਹੀਆਂ ਨੇ। 3 ਨਵੰਬਰ ਨੂੰ ਉੱਥੇ ਇਲੈਕਸ਼ਨ ਨੇ, BC ਦੇ ਵਿੱਚ ਜਿਹੜੀਆਂ ਅਕਤੂਬਰ 24 ਨੂੰ ਇਲੈਕਸ਼ਨ ਹੈਗੀਆਂ ਨੇ। ਹੁਣ ਦੋਵਾਂ ਥਾਵਾਂ ਤੇ ਇਲੈਕਸ਼ਨ ਦੀਆਂ ਗੱਲਾਂ ਹੋ ਰਹੀਆਂ ਨੇ। ਕੀ ਕੁਝ ਹੋ ਰਿਹਾ ਇਲੈਕਸ਼ਨ ਦੇ ਵਿੱਚ, ਕਿਹੜੀਆਂ ਪਾਰਟੀਆਂ ਕੀ ਪ੍ਰੋਮਿਸ ਕਰ ਰਹੀਆਂ ਨੇ, ਕੀ ਉਹ ਪਾਰਟੀਆਂ ਨੇ ਜਦੋਂ ਪਹਿਲੇ ਉਹ ਸੱਤਾ ਦੇ ਵਿੱਚ ਸੀਗੇ ਜਿਹੜੇ ਉਹਨਾਂ ਨੇ ਆਪਣੇ ਚੋਣ ਜਿੱਤਣ ਦੇ ਵੇਲੇ ਪ੍ਰੋਮਿਸ ਕੀਤੇ ਸੀ, ਕੀ ਉਹਨਾਂ ਤੇ ਉਹ ਖਰੇ ਉਤਰੇ ਨੇ? ਕੀ ਕੀਤਾ ਉਹਨਾਂ ਨੇ ਇਹਨਾਂ ਸਾਲਾਂ ਦੇ ਵਿੱਚ? ट्रंप ने 4 सालों ਦੇ ਵਿੱਚ ਤੇ ਸਾਡੀ ਸਰਕਾਰ ਨੇ ਜਿਹੜੀ ਸਾਡੀ BC ਦੀ ਸਰਕਾਰ ਆ ਉਹਨੇ 3 ਸਾਲਾਂ ਦੇ ਵਿੱਚ ਕੀ ਕੁਝ ਕੀਤਾ ਹੈਗਾ, ਕਿਹੜੇ ਵਾਅਦੇ ਅੱਗੇ ਕਰਨ ਜਾ ਰਹੇ ਨੇ। ਅੱਜ ਇਸ ਬਾਰੇ ਗੱਲਬਾਤ ਕਰਦੇ ਹਾਂ ਤੇ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਸਾਡੇ ਸੀਨੀਅਰ ਜਰਨਲਿਸਟ ਮਿਸਟਰ CJ ਸਿੱਧੂ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਿਸਟਰ CJ, ਸਵਾਗਤ ਹੈ ਜੀ ਤੁਹਾਡਾ। बहुत थैंक यू अर्श, एंड वेरी गुड टॉपिक, क्योंकि दोनों ही अपने अमेरिका च भी इलैक्शन हो रहा है, अपने ब्रिटिश कोलंबिया च भी हो रहा है। बाकी जो अमेरिका है वो बड़ा लार्ज स्केल कंट्री है, तो लार्ज स्केल ही उन्होंने ड्रामा है। जो तुहानूं पता है कि उत्थे जो बाइडन ते ट्रंप की जिहड़ी डिबेट है उस नाल काफ़ी गर्मा गर्मी हुई, तो जिन्ने भी मीडिया आउटलैट्स है या जिन्ने भी देखने वाले है उन्होंने कहा कि मतलब दुनिया का सारा नालों शक्तिशाली देश हो गए, तो क्वालिटी ऑफ डिबेट वाज सो बैड दैट they were on each other's throat pretty much and accusing each other, and it considered to be a worst debate in the history of American president election. So ਜਿਹੜੇ ਇਸ਼ੂਜ਼ ਦੀ ਅਰਸ਼ ਘੱਟ ਗੱਲ ਸੀਗੀ, ਪਰ ਪਰਸਨਲ ਜਿਹੜੇ ਅਟੈਕ ਸੀ ਉਹਦੇ ਬਾਰੇ ਜ਼ਿਆਦਾ ਗੱਲ ਚੱਲ ਰਹੀ ਸੀ। ਸੀਜੇ, ਤੁਸੀਂ ਸਹੀ ਕਿਹਾ ਕਿ ਵਰਸਟ ਡਿਬੇਟ ਜਿਹੜੀ ਹੋ ਰਹੀ ਹੈ ਜਦੋਂ ਡਿਬੇਟ ਤੋਂ ਬਾਹਰ ਆਏ ਆ ਦੋਨੇ ਜਾਣੇ, ਦੋਨਾਂ ਦੀਆਂ ਪਾਰਟੀਆਂ ਦੇ ਵਿੱਚ ਤੇ ਦੋਨਾਂ ਦੇ ਵੱਲੋਂ ਇਹੀ ਗੱਲਾਂ ਕਹੀਆਂ ਜਾ ਰਹੀਆਂ ਸੀਗੀਆਂ ਕਿ ਅਸੀਂ ਜਿੱਤੇ ਆ ਡਿਬੇਟ ਦੇ ਵਿੱਚ। ਹੁਣ ਡਿਬੇਟ ਦੇ ਵਿੱਚ ਕੀ ਕੁਝ ਹੋਇਆ ਉਹ ਪਾਸੇ ਰੱਖ ਕੇ ਕਿ ਅਸੀਂ ਕੋਈ ਗੱਲ ਨਹੀਂ ਕੀਤੀ ਇਕਨੋਮੀ ਦੀ, ਜੌਬਸ ਦੀ ਕੋਈ ਗੱਲ ਨਹੀਂ ਕੀਤੀ, ਅਸੀਂ ਦੂਜੇ ਦੇਸ਼ਾਂ ਦੇ ਨਾਲ ਰਿਲੇਸ਼ਨ ਦੀ ਕੋਈ ਗੱਲ ਨਹੀਂ ਕੀਤੀ, ਕਿਉਂਕਿ ਹਰ ਦੁਨੀਆ ਦੇ ਹਰ ਦੇਸ਼ ਦੀ ਜਿਹੜੀਆਂ ਨਜ਼ਰਾਂ ਹੈਗੀਆਂ ਨਾ ਉਹ ਅਮਰੀਕਾ ਦੇ ਉੱਤੇ ਹੁੰਦੀਆਂ ਨੇ ਕਿ ਅਮਰੀਕਾ ਕੀ ਕਰ ਰਿਹਾ ਹੈਗਾ ਆ, ਅਮਰੀਕਾ ਦੇ ਵਿੱਚ ਕੀ ਕੁਝ ਹੋ ਰਿਹਾ। ਹੁਣ ਸਭ ਤੋਂ ਵੱਡੀਆਂ ਜਿਹੜੀਆਂ ਇਹ ਇਲੈਕਸ਼ਨ ਹੋ ਰਹੀਆਂ ਨੇ ਤੇ ਇਹਦੇ ਵਿੱਚ ਹੁਣ ਸਾਡੇ ਜਿਹੜੇ ਟਰੰਪ ਨੇ ਉਹ ਕਦੇ ਤਾਂ ਲੋਕਾਂ ਨੂੰ ਕਹਿ ਦਿੰਦੇ ਆ ਕਿ 2 ਵਾਰ ਵੋਟ ਪਾਇਓ, ਕਦੇ ਉਹ ਕਹਿ ਦਿੰਦੇ ਆ ਕਿ ਹੁਣ ਤੁਸੀਂ ਜਿਹੜੇ ਮੈਂ 12 ਸਾਲ ਦੇ ਲਈ ਅਗਲੇ ਦੇ ਲਈ ਰਵਾਂਗਾ ਰਾਸ਼ਟਰਪਤੀ, ਮੈਂ ਵਾਈਟ ਹਾਊਸ ਨੂੰ ਛੱਡਣਾ, ਮੈਂ ਛੇਤੀ ਤੋਂ ਛੇਤੀ ਜੋ ਹੈ ਜੇ ਮੈਂ ਚੋਣਾਂ ਦੇ ਵਿੱਚ ਹਾਰ ਵੀ ਜਾਂਦਾ ਆ ਤਾਂ ਮੈਂ ਜਿਹੜਾ ਕੇਸ ਹੈਗਾ ਉਹ ਸੁਪਰੀਮ ਕੋਰਟ ਤੱਕ ਲੈ ਕੇ ਜਾਊਂਗਾ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਹ ਹੋ ਰਹੀਆਂ ਨੇ ਜਿਹੜੀਆਂ ਕਿ ਕਹਿ ਸਕਦੇ ਆ ਕਿ ਐਗਜ਼ਿਸਟ ਹੀ ਨਹੀਂ ਕਰਦੀਆਂ, ਕਿ ਇਹ ਚੀਜ਼ਾਂ ਰਾਸ਼ਟਰਪਤੀ ਨੂੰ ਕਰਨੀਆਂ ਚੰਗੀਆਂ ਹੀ ਨਹੀਂ ਲੱਗਦੀਆਂ। ਪਰ ਉਹ ਕਹਿ ਰਹੇ ਕਿ ਹੁਣ ਜਦੋਂ ਟਰੰਪ ਬਾਹਰ ਆਏ ਡਿਬੇਟ ਤੋਂ ਤਾਂ ਉਦੋਂ ਉਹਨਾਂ ਨੇ ਰਿਪੋਰਟਰਸ ਨੂੰ ਕਿਹਾ ਕਿ ਮੈਂ ਇੱਕ ਨਹੀਂ 2 ਜਣਿਆਂ ਦੇ ਨਾਲ ਡਿਬੇਟ ਕਰਕੇ ਆਇਆ, ਕਿ ਜਿਹੜੇ ਉੱਥੇ ਹੋਸਟ ਕਰਵਾ ਵੀ ਰਹੇ ਸੀਗੇ, ਡਿਬੇਟ ਕਰਵਾ ਰਹੇ ਸੀਗੇ, ਉਹਨਾਂ ਨੂੰ ਵੀ ਨਹੀਂ ਬਖਸ਼ਿਆ ਟਰੰਪ ਨੇ। ਸੋ ਇਹ ਇਲੈਕਸ਼ਨ ਦੇਖਣ ਵਾਲੀਆਂ ਹੋਣਗੀਆਂ ਕਿ ਕੀ ਕੁਝ ਹੋਣਾ ਹੈ। ਤੇ ਉਧਰੋਂ ਹੁਣ ਡੋਨਲਡ ਟਰੰਪ ਨੂੰ ਕਰੋਨਾ ਵਾਇਰਸ ਤੋਂ ਪੋਜ਼ਿਟਿਵ ਉਹ ਪਾਏ ਗਏ ਹੈਗੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਲੈ ਕੇ ਜਾਇਆ ਗਿਆ, ਉਸ ਤੋਂ ਬਾਅਦ ਹੁਣ ਵਾਪਸ ਵਾਈਟ ਹਾਊਸ ਆ ਗਏ ਨੇ। ਪਰ ਹੁਣ ਅੱਗੇ ਇਹ ਕਰੋਨਾ ਵਾਇਰਸ ਹੋਣਾ ਕਿਸ ਤਰ੍ਹਾਂ ਮੋੜ ਲੈਂਦਾ, ਕਿਸ ਤਰ੍ਹਾਂ ਅਗਲੀਆਂ ਡਿਬੇਟਸ ਹੈਂਡਲ ਹੁੰਦੀਆਂ, ਇਹ ਵੀ ਦੇਖਣ ਵਾਲੀਆਂ ਹੋਣਗੀਆਂ। ਇਹ ਬੜਾ ਇੰਟਰਸਟਿੰਗ ਤੁਸੀਂ ਜਿਹੜਾ ਕੁਐਸਚਨ ਕੀਤਾ। ਪਹਿਲਾਂ ਤਾਂ ਡਿਬੇਟ ਤੋਂ ਬਾਹਰ ਆ ਕੇ ਜਿਵੇਂ ਤੁਸੀਂ ਦੱਸਿਆ ਕਿ ਜਿਹੜਾ ਈਵਨ ਮੋਡਰੇਟਰ ਸੀਗਾ ਹੀ ਵਾਸ ਪ੍ਰੀਟੀ ਮਚ ਐਮਬੈਰਸਡ, ਕਿਉਂਕਿ ਉਹਨਾਂ ਦੀ ਗੱਲ ਨਹੀਂ ਸੁਣਦੇ ਸੀ। ਉੱਥੇ ਜਿਹੜਾ 2 ਮਿੰਟ ਦਾ ਟਾਈਮ ਹੁੰਦਾ ਸੀ, ਉੱਥੇ ਜਦੋਂ ਕੱਟ ਕਰਨਾ ਚਾਹੀਦਾ ਕੱਟ ਨਹੀਂ ਕਰਦੇ ਸੀ। ਆਪਾਂ ਮੀਡੀਆ ਦੇ ਵਿੱਚ ਹੈਗੇ, ਆਪਾਂ ਜੇ ਕਿਸੇ ਨੂੰ ਇੰਟਰਵਿਊ ਕਰੀਏ ਤਾਂ ਉਹ ਆਪਣੀ ਗੱਲ ਹੀ ਨਾ ਸੁਣਨ ਤੇ ਵੀ ਕੈਨਟ ਫੋਲੋ ਥਰੂ, ਹੈ ਨਾ। ਉਹ ਜਿਹੜੀ ਡਿਬੇਟ ਹੈ ਜਾਂ ਕਨਵਰਸੇਸ਼ਨ ਹੈ ਉਹ ਬੜੀ ਪ੍ਰੋਡਕਟਿਵ ਨਹੀਂ ਹੁੰਦੀ। ਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਕਿਹਾ ਕਿ ਜਦੋਂ ਇਹ ਡਿਬੇਟ ਫਿਨਿਸ਼ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਪੋਲਸ ਆਏ ਆ, ਅਕੋਰਡਿੰਗ ਟੂ ਦਾ ਪੋਲਸ ਜੋ ਬਾਈਡਨ ਡਿਡ ਬੈਟਰ ਦੈਨ ਟਰੰਪ, ਕਿਉਂਕਿ ਇਵੈਂਚੁਅਲੀ ਤੇ ਜਿਹੜੇ ਵੋਟਰਸ ਹੈ ਤੇ ਜਿਹੜੀ ਪਬਲਿਕ ਆ ਉਹਨੇ ਡਿਸਾਈਡ ਕਰਨਾ ਜਿਹੜਾ ਆਊਟਕਮ। ਐਂਡ ਟਾਕਿੰਗ ਅਬਾਊਟ ਦਾ ਕਰੋਨਾ ਵਾਇਰਸ, ਉਸ ਤੋਂ ਬਾਅਦ ਇੱਕ COVID-19 ਲਈ ਆਪਣੇ ਡਾਇਗਨੋਸਡ ਹੋ ਗਏ। ਡਾਇਗਨੋਸ ਹੋਣ ਤੋਂ ਬਾਅਦ ਮਤਲਬ ਬੀਇੰਗ ਅ ਪ੍ਰੈਜ਼ੀਡੈਂਟ ਆਫ ਅਮਰੀਕਾ ਹੀ ਗॉट ਦ ਬੈਸਟ ਪੋਸੀਬਲ ਹੈਲਥ ਐਕਸੈਸ ਇਨ ਦ ਵਰਲਡ। ਸੋ ਜਿਹੜਾ ਇਹਨਾਂ ਦਾ ਵਾਲਟਰ ਰੀਡ ਹਸਪੀਟਲ ਹੈ ਉੱਥੇ ਇਹਨਾਂ ਨੂੰ ਹੈਲੀਕਾਪਟਰ ਦੇ ਵਿੱਚ ਲੈ ਕੇ ਗਏ ਐਂਡ ਹੀ ਵਾਸ ਸਟਿਲ ਪ੍ਰਟੈਂਡਿੰਗ ਦੈਟ ਨਥਿੰਗ ਹੈਪਨਡ। ਅੱਛਾ, ਫਿਰ ਉਸ ਤੋਂ ਬਾਅਦ Arsh, you will be surprised, and now the whole world knows ਜਿਹੜੀ ਪ੍ਰੈਜ਼ੀਡੈਂਟ ਨੂੰ ਐਕਸੈਸ ਹੈਗੀ ਹੈ, ਜਿਹੜੀਆਂ ਹਾਲੇ ਮੈਡੀਕੇਸ਼ਨ ਅਪਰੂਵ ਵੀ ਨਹੀਂ ਹੋਈਆਂ ਐਂਡ ਉਹ ਅਪਰੂਵਲ ਸਟੇਜ ਦੇ ਵਿੱਚ ਹੈ,
ਉਹ ਜਿਹੜੀ ਐਂਟੀਬਾਡੀਜ਼ ਹੈ ਤੇ ਉਹਨਾਂ ਨੇ ਸਪੈਸ਼ਲ ਪਰਮਿਸ਼ਨ ਲੈ ਕੇ ਉਹਨਾਂ ਨੂੰ ਇੰਜੈਕਟ ਕੀਤਾ ਤੇ ਉਹ ਇੰਜੈਕਟ ਕਰਕੇ ਜਿਹੜੀ ਕਿ ਆਮ ਬੰਦੇ ਨੂੰ ਉਹ ਮੁਹੱਈਆ ਨਹੀਂ ਹੈਗੀ ਤੇ ਉਸ ਦੇ ਸਦਕਾ ਜਿਹੜੇ ਐਕਸਪਰਟਸ ਹੈ, ਸਾਇੰਟਿਸਟ ਹੈ, ਮੈਡੀਕਲ ਪ੍ਰੋਫੈਸ਼ਨ ਹੈ, ਇਹ ਕਹਿ ਰਿਹਾ ਹੈ ਕਿ ਉਸ ਕਰਕੇ ਉਹ ਜਲਦੀ ਰਿਕਵਰ ਹੋਇਆ। ਉਸ ਤੋਂ ਬਾਅਦ ਜਿਹੜੀ ਸ਼ਰਮਨਾਕ ਗੱਲ ਹੋਈ ਹੈ, ਉਹਨਾਂ ਨੇ ਵਾਈਟ ਹਾਊਸ ਆਉਂਦੇ ਹੀ ਫੋਟੋ ਆਪ ਕੀਤਾ, ਉੱਥੇ ਮਾਸਕ ਫੇਰ ਲਾ ਰਹੇ। ਬਿਲਕੁਲ, ਉੱਥੇ ਇਹ ਵੀ ਦਿਖਾਈ ਦੇ ਰਿਹਾ ਸੀ ਕਿ ਉਹਨਾਂ ਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਹੈ, ਬਟ ਸਟਿਲ ਮਾਸਕ ਲਾਉਣਾ ਨਹੀਂ ਚਾਹੀਦਾ, ਬਟ ਫਿਰ ਵੀ ਮਾਸਕ ਲਾ ਕੇ ਰਹਿ ਰਹੇ ਨੇ। ਐਂਡ ਥਿੰਕ ਅਬਾਊਟ ਦ ਪੀਪਲ ਅਰਾਊਂਡ ਹਿਮ। ਮਤਲਬ ਜਿਹੜਾ ਵਾਈਟ ਹਾਊਸ ਬਾਹਰੋਂ ਬਹੁਤ ਵੱਡਾ ਲੱਗਦਾ, ਪਰ ਉੱਥੇ ਜਿਹੜੇ ਵਰਕਰਸ ਹੈ ਉਹਨਾਂ ਦੇ ਜਿਹੜੇ ਕਮੈਂਟਸ ਆਏ ਹੈ ਬਹੁਤ ਨੈਰੋ, ਉਹਨਾਂ ਦੀਆਂ ਜਿਹੜੀ ਗੈਲਰੀਜ਼ ਵਗੈਰਾ ਹੈਗੀਆਂ ਤੇ ਉਹ ਪੀਪਲ even forget about 12 feet, not even have a 6 feet distance ਜਿੱਥੇ ਉਹ ਕੰਮ ਕਰ ਰਹੇ ਆ। ਸੋ ਉੱਥੇ ਜਿਹੜਾ COVID-19 ਦਾ ਪੇਸ਼ੈਂਟ ਹੈ ਉਹ ਮਾਸਕ ਲਾ ਕੇ ਫੋਟੋਆਂ ਖਿਚਵਾ ਰਿਹਾ ਐਂਡ ਉਹ ਸਲੂਟ ਕਰ ਰਿਹਾ ਐਂਡ it was like embarrassing for American people that the president of the country will behave like this and ਜਿਹੜੇ people around ਹੈ ਵਿਚਾਰੇ ਆਮ ਕੰਮ ਕਰਨ ਵਾਲੇ ਬੰਦੇ ਹੈ, if somebody got diagnosed and it can be media is saying it can be a very very devastating effects। ਬਿਲਕੁਲ, ਕਿਉਂਕਿ 2 ਲੱਖ ਤੋਂ ਉੱਤੇ ਜਿਹੜੀਆਂ ਡੈਥਸ ਹੋ ਜਾਣੀਆਂ ਇੱਕ ਅਜਿਹੀ ਕੰਟਰੀ ਦੇ ਵਿੱਚ ਜਿਹੜੀ ਕਿ ਸਭ ਤੋਂ ਸ਼ਕਤੀਸ਼ਾਲੀ ਮੰਨੀ ਜਾਂਦੀ ਹੈ। ਸ਼ਰਮ ਵਾਲੀ ਗੱਲ ਜ਼ਰੂਰ ਹੈਗੀ ਹੈ ਕਿ ਉੱਥੇ ਪ੍ਰੈਜ਼ੀਡੈਂਟ ਨੂੰ ਚਾਹੀਦਾ ਸੀਗਾ ਕਿ ਅੱਗੇ ਹੋ ਕੇ ਸਾਰਿਆਂ ਦੇ ਲਈ ਜਿਹੜੇ ਹੈਲਥ ਆਫੀਸ਼ੀਅਲਸ ਜਿਹੜੇ ਤੁਹਾਨੂੰ ਅਪਡੇਟ ਕਰ ਰਹੇ ਨੇ, ਤੁਹਾਨੂੰ ਨਿਰਦੇਸ਼ ਦੇ ਰਹੇ ਨੇ, ਤੁਹਾਨੂੰ ਗਾਈਡਲਾਈਨਸ ਪ੍ਰੋਵਾਈਡ ਕਰ ਰਹੇ ਨੇ, ਉਹਨਾਂ ਨੂੰ ਫੋਲੋ ਤਾਂ ਕੀ ਕਰਨਾ ਸੀਗਾ, ਪਰ ਉਹਨਾਂ ਤੇ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ। ਹੁਣ ਇਹ ਵੀ ਖਬਰਾਂ ਹੈਗੀਆਂ ਨੇ ਕਿ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ, ਸਾਇੰਟਿਸਟ ਹੈਗੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਇਹ ਕਿਉਂ ਕਹਿ ਰਹੇ ਹੈਗੇ ਹੋ ਕਿ ਇਹਦੀ ਦਵਾਈ ਅਗਲੇ ਸਾਲ ਤੱਕ ਆਉਣੀ ਹੈ, ਕਿਉਂ ਨਹੀਂ ਇਹਦੀ ਜਿਹੜੀ ਵੈਕਸੀਨ ਹੈਗੀ ਆ ਇਲੈਕਸ਼ਨ ਤੋਂ ਪਹਿਲਾਂ ਆਉਂਦੀ, ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਵੀ ਪ੍ਰੋਮਿਸਿਸ ਕੀਤੇ ਜਾ ਚੁੱਕੇ ਨੇ ਕਿ ਅਕਤੂਬਰ ਦੇ ਵਿੱਚ ਜਿਹੜੀ ਵੈਕਸੀਨ ਆ ਉਹ ਆ ਜਾਏਗੀ। ਹੁਣ 3 ਤਰੀਕ ਜਿਹੜੀ ਬਹੁਤ ਨੇੜੇ ਆਉਂਦੀ ਜਾਂਦੀ ਹੈ, ਦਿਨ ਜਿਹੜੇ ਨੇ ਉਹ ਲਗਾਤਾਰ ਬੀਤਦੇ ਜਾਂਦੇ ਨੇ ਤੇ ਉਹ ਤੋਂ ਬਾਅਦ ਹੁਣ ਜੋ ਬਾਈਡਨ ਨੂੰ, ਜੇ ਅਸੀਂ ਹੁਣ ਕਰੋਨਾ ਵਾਇਰਸ ਤੋਂ ਬਾਅਦ ਦੇ ਪੋਲਸ ਦੀ ਗੱਲ ਕਰੀਏ, ਕਿਉਂਕਿ ਪੋਲਸ ਆਲਵੇਜ਼ ਇਹ ਹੁੰਦੇ ਆ ਕਿ ਉਹ ਆਪਾਂ ਉਹਨਾਂ ਤੇ ਬਿਲੀਵ ਬਹੁਤ ਘੱਟ ਕਰਦੇ ਆ, ਪਰ ਫਿਰ ਵੀ ਇੱਕ ਆਈਡੀਆ ਹੋ ਜਾਂਦਾ ਹੈ ਕਿ where they are leaning, where they are heading and Joe Biden is leading right now. Yeah, he's leading and by quite a bit margin, and yesterday's polls was he was at 53% and President Trump was at 42%. So ਇਹ ਜਿਹੜੇ polls ਆ ਰਹੇ ਆ ਇਹ ਕਾਫੀ ਇੰਡੀਕੇਟਿਵ ਹੁੰਦੇ ਆ, numbers change like you said, ਪਰ ਉਸ ਦੇ ਨਾਲ ਜਿਹੜੀ ਆ ਮੇਨ ਜਿਹੜੀ ਮਾਸਕ ਦੀ ਤੇ ਇਹ ਗੱਲ ਜਿਹੜਾ ਵੀ ਕੰਟਰੀ ਦਾ ਲੀਡਰ ਹੈ, ਪੀਪਲ ਲੁੱਕ ਅਪ ਟੂ ਹਿਮ ਫॉर ਡਿਸੀਜਨ ਮੇਕਿੰਗ ਐਂਡ ਉਹ ਡਿਸੀਜਨ ਜੇ ਪ੍ਰੈਜ਼ੀਡੈਂਟ ਤੁਹਾਡਾ ਆ ਇਹ ਬਹੁਤ ਲੋਕਾਂ ਲਈ ਉਹ ਰੋਲ ਮਾਡਲ ਹੁੰਦੇ ਆ ਤੇ ਜੇ ਉਹ ਹੀ ਨਹੀਂ ਫੋਲੋ ਕਰ ਰਹੇ ਤੇ ਉਹ ਕਹਿੰਦੇ this COVID-19 is no different than flu. He is downplaying so much. This is not a good messaging. And he is ਜੇ ਹੁਣ ਉਹਨਾਂ ਦੀ ਗੱਲ ਕਰੀਏ ਟਰੰਪ ਦੀ, ਟਰੰਪ 75 ਹੈ, he is 75 ਐਂਡ ਉਹ ਸਭ ਤੋਂ ਜ਼ਿਆਦਾ ਰਿਸਕ ਦੇ ਉੱਤੇ ਹੈ। Yes, of course. ਸੋ ਉਹਨਾਂ ਦੇ ਲਈ ਸਭ ਤੋਂ ਜ਼ਿਆਦਾ ਇਹ ਪ੍ਰੀਕਾਸ਼ਨਸ ਲੈਣੇ ਜ਼ਰੂਰੀ ਹੈਗੇ ਨੇ। ਉਹਨਾਂ ਦੇ ਲਈ ਕਰੋਨਾ ਵਾਇਰਸ ਨੂੰ ਸੀਰੀਅਸਲੀ ਲੈਣ ਦੀ ਲੋੜ ਹੈਗੀ ਹੈ, ਪਰ ਉਹ ਕਹਿ ਰਹੇ ਆ ਕਿ ਨਹੀਂ, ਇਹਦੇ ਤੋਂ ਡਰਨ ਦੀ ਲੋੜ ਨਹੀਂ, ਆਈ ਵਿਲ ਵਰਕ। ਹੁਣ ਮਿਲਟਰੀ ਹਸਪੀਟਲ ਉਹਨਾਂ ਨੂੰ ਲੈ ਕੇ ਜਾਇਆ ਗਿਆ, ਹਸਪੀਟਲ ਦੇ ਵਿੱਚੋਂ ਬਾਹਰ ਨਿਕਲ ਗਏ। ਜਿਹੜਾ ਮੋਟਰਕੇਡ ਹੈ, now think about it, it was so irresponsible, motorcade just wave ਕਰਨ ਲਈ ਉਹਨਾਂ ਦੇ ਨਾਲ ਜਿਹੜਾ ਹੁਣ ਡਰਾਈਵਰ ਹੈ ਜਾਂ ਦੂਸਰੇ ਲੋਕ ਹੈ, ਮਤਲਬ there is no distancing in the motorcade। ਕਿਉਂਕਿ ਜਦੋਂ ਵੀ ਉਸ ਆਪਣੀ ਕਾਰ ਦੇ ਵਿੱਚ ਜਾਂਦੇ ਨੇ ਟਰੰਪ, ਤਾਂ ਉਹਨਾਂ ਦੇ ਨਾਲ ਬਹੁਤ ਸਾਰੇ ਲੋਕ, ਬਹੁਤ ਸਾਰੀਆਂ ਆਫੀਸਰਸ ਨਾਲ ਹੁੰਦੇ ਨੇ, ਕੁਝ ਵੀ ਹੋ ਸਕਦਾ ਹੈਗਾ ਆ, ਬਟ ਹੁਣ ਉਹਨਾਂ ਦੀ ਵੀ ਜਾਨ ਖਤਰੇ 'ਚ ਪਾਈ ਹੈ, ਖੁਦ ਦੀ ਵੀ ਜਾਨ ਖਤਰੇ 'ਚ ਪਾਈ ਹੈ, ਸਿਰਫ ਆਪਣੇ ਜੋ ਵੋਟਰਸ ਹੈਗੇ ਨੇ ਉਹਨਾਂ ਨੂੰ ਹੈਲੋ ਕਰਨ ਦੇ ਲਈ, ਫੋਟੋ ਆਪ ਕਰਨ ਦੇ ਲਈ, ਜਿੱਦਾਂ ਕਿ ਵਾਈਟ ਹਾਊਸ ਦੇ ਵਿੱਚ ਆ ਕੇ ਉਹਨਾਂ ਨੇ ਫੋਟੋ ਆਪ ਕੀਤਾ ਹੈਗਾ ਆ। ਛੁੱਟੀ ਉਹਨਾਂ ਨੂੰ ਦੇ ਦਿੱਤੀ, ਆਕਸੀਜਨ 2 ਵਾਰ ਲਗਾਈ ਗਈ ਆ ਉਹਨਾਂ ਨੂੰ ਛੁੱਟੀ, ਪਰ ਉਹਨਾਂ ਨੂੰ ਦੇ ਦਿੱਤੀ ਗਈ ਹੈ। ਪਰ ਹੁਣ ਜਦੋਂ ਤੁਸੀਂ ਮਾਸਕ ਦੀ ਗੱਲ ਕੀਤੀ ਕਿ ਮਾਸਕ ਤੋਂ ਬਿਨਾਂ ਉਹਨਾਂ ਨੇ ਵੇਵ ਕੀਤਾ ਹੈਗਾ ਸਾਰਿਆਂ ਨੂੰ, ਉਦੋਂ ਵੀ ਉਹ ਸਾਹ ਲੈਣ ਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਦੇਖ ਰਹੀ ਸੀਗੀ ਕਿ ਉਹ ਸਾਹ ਲੈਣ 'ਚ ਪ੍ਰੋਬਲਮ ਹੋ ਰਹੀ ਆ ਉਹਨਾਂ ਨੂੰ, ਬਟ ਸਟਿਲ ਜਿਹੜੇ ਨੇ ਉਹ ਇਹੋ ਜਿਹੀਆਂ ਚੀਜ਼ਾਂ ਨੂੰ ਜਿਹੜੇ ਉਹ ਦੇਖ ਨਹੀਂ ਰਹੇ ਹੋਗੇ। ਜੋ ਬਾਈਡਨ ਨੇ ਕਿਹਾ ਹੈਗਾ ਕਿ ਉਹਨਾਂ ਨੂੰ ਮਾਸਕ ਮੈਂਡੇਟਰੀ ਕਰਨੇ ਚਾਹੀਦੇ ਆ। ਈਵਨ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਕੇਸਿਸ ਨੇ, ਉੱਥੇ ਮਾਸਕ ਮੈਂਡੇਟਰੀ ਨਹੀਂ ਹੈਗੇ। ਸੋ ਮਾਸਕ ਮੈਂਡੇਟਰੀ ਹੋਣੇ ਚਾਹੀਦੇ ਆ। ਸਭ ਤੋਂ ਪਹਿਲਾਂ ਹੈਲਥ ਪ੍ਰੀਕਾਸ਼ਨਸ ਜਿਹੜੇ ਨੇ ਉਹ ਸਾਰੇ ਹੋਣੇ ਚਾਹੀਦੇ ਨੇ। ਤੇ ਹੁਣ ਇਲੈਕਸ਼ਨਸ ਦਾ ਟਾਈਮ ਹੈਗਾ ਆ, ਤੇ ਇਹਦੇ ਵਿੱਚ ਹੁਣ ਮੇਲ ਇਨ ਬੈਲਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਸਾਡੇ ਇੱਥੇ BC ਦੇ ਵਿੱਚ ਮੇਲ ਇਨ ਬੈਲਟ ਤੁਹਾਨੂੰ ਪਤਾ ਸੀ ਜੇ 500,000 ਤੋਂ ਜ਼ਿਆਦਾ ਲੋਕਾਂ ਨੇ ਮੇਲ ਇਨ ਬੈਲਟ ਜਿਹੜੇ ਹੈਗੇ ਨੇ ਉਹ ਆਰਡਰ ਕੀਤੇ ਹੈਗੇ ਨੇ, ਮੰਗਵਾਏ ਹੈਗੇ
ਹੈਗੇ ਨੇ ਘਰਾਂ ਦੇ ਵਿੱਚ, ਉੱਥੇ ਵੀ ਮੇਲ ਇਨ ਬੈਲਟ ਨੂੰ ਲੈ ਕੇ ਪਹਿਲਾਂ ਤਾਂ ਸਾਡੇ ਟਰੰਪ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਮੇਲ ਇਨ ਬੈਲਟ ਜਿਹੜਾ ਹੋਣਾ ਹੀ ਨਹੀਂ ਚਾਹੀਦਾ, ਮੈਨੂੰ ਇਹਦੇ ਤੇ ਵਿਸ਼ਵਾਸ ਹੀ ਹੈ ਨਹੀਂਗਾ। ਫਿਰ ਜਦੋਂ ਮੇਲ ਇਨ ਬੈਲਟ ਦਾ ਕਿਹਾ ਤਾਂ ਫਿਰ ਉਹ ਕਹਿੰਦੇ ਮੇਲ ਇਨ ਬੈਲਟ ਵੀ ਕਰ ਦਿਓ, ਇਨ ਪਰਸਨ ਵੀ ਵੋਟਾਂ ਪਾਇਓ। And on the top of that, he said, I'm going to challenge that because ਉਹ 'ਚ ਠੱਗੀ ਮਹਿਕਮਾ ਹੋ ਜਾਣਾ। ਇਹ ਨਹੀਂ ਗਾ ਵੀ ਇੰਡੀਆ ਵਾਂਗੂ ਬਕਸੇ ਚੱਕ ਕੇ ਲੈ ਜਾਣਗੇ ਵੋਟਾਂ ਵਾਲੇ, ਮਤਲਬ it's a very vetted process. Lot of attorney generals from the different states came out ਤੇ ਉਹਨਾਂ ਨੇ ਕਿਹਾ ਇਹ ਬੜੀ vetted process ਹੈਗੀ ਆ, ਆਈਡੀ ਚੈੱਕ ਹੁੰਦੀ ਹੈ, ਬਕਾਇਦਾ ਦਸਤਖਤ ਹੋ ਕੇ ਫੇਰ ਜਾਂਦੇ, ਇੰਨਾ ਠੱਗੀ ਮਹਿਕਮਾ ਅਮਰੀਕਾ ਦੇ ਵਿੱਚ। But he says whatever comes to his mind without even thinking twice. So ਇਸ ਦੇ ਨਾਲ it will be very interesting to see Kamala Harris and Mike Pence ਦੀ ਜਿਹੜੀ ਡਿਬੇਟ ਹੈ ਉਹ ਵੀ ਦੇਖਾਂਗੇ ਉਹਦਾ ਕੀ ਆਊਟਕਮ ਹੁੰਦਾ ਤੇ how that pan out, ਤੇ ਉਹਦੇ ਨਾਲ ਵੀ ਦੇਖੋ ਕਿਸ ਤਰ੍ਹਾਂ ਹਵਾ ਚੇਂਜ ਹੁੰਦੀ। ਜੀ ਬਿਲਕੁਲ, ਨੈਕਸਟ ਹੋ ਜੇ 2 ਡਿਬੇਟਸ ਹੋਰ ਪ੍ਰੈਜ਼ੀਡੈਂਟ ਟਰੰਪ ਤੇ ਨਾਲ ਜੋ ਬਾਈਡਨ ਦੇ ਵਿਚਕਾਰ ਹੋਣੀਆਂ ਨੇ, ਉਹ ਹੁੰਦੀਆਂ ਨਹੀਂ ਹੁੰਦੀਆਂ, ਵਰਚੁਅਲ ਹੁੰਦੀਆਂ, ਟਰੰਪ ਆਪ ਜਾਂਦੇ ਆ ਕਿ ਨਹੀਂ ਜਾਂਦੇ। ਜੋ ਬਾਈਡਨ ਦਾ ਕਰੋਨਾ ਟੈਸਟ ਹੋਇਆ ਸੀ ਉਹ ਨੈਗੇਟਿਵ ਆਇਆ ਹੈਗਾ ਆ। ਸੋ ਬਹੁਤ ਸਾਰੇ ਹੋਰ ਲੋਕ ਹੈਗੇ ਨੇ, ਕਾਇਲੀ ਮੈਕਨੈਨੀ ਜੋ ਉਹਨਾਂ ਦੀ ਬਰੀਫਰ ਹੈਗੀ ਆ, ਉਹਨਾਂ ਨੂੰ ਵੀ ਪੋਜ਼ਿਟਿਵ ਪਾਇਆ ਗਿਆ। ਹੋਪ ਹਿਕਸ ਜਿਨ੍ਹਾਂ ਤੋਂ ਟਰੰਪ ਨੂੰ ਹੋਇਆ ਆ, ਜਿਹੜੇ ਸਲਾਹਕਾਰ ਹੈਗੇ ਨੇ ਵਾਈਟ ਹਾਊਸ ਦੇ, ਉਹਨਾਂ ਨੂੰ ਕਰੋਨਾ ਪੋਜ਼ਿਟਿਵ ਆ। ਸੋ ਬਹੁਤ ਸਾਰੇ ਲੋਕ ਜਿਹੜੇ ਟਰੰਪ ਦੇ ਆਸੇ-ਪਾਸੇ ਕੰਮ ਕਰਦੇ ਸੀ, ਮਿਲਾਨੀਆ ਟਰੰਪ, ਉਹ ਵੀ ਕਰੋਨਾ ਪੋਜ਼ਿਟਿਵ ਹੈਗੇ ਨੇ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੁਣ ਕਰੋਨਾ ਵਾਇਰਸ ਨੇ ਬਦਲ ਕੇ ਰੱਖ ਦਿੱਤੀਆਂ ਨੇ। ਹੁਣ ਜਿਹੜੇ ਟਰੰਪ ਦੇ ਸਪੋਰਟਰ ਸੀ ਹੁਣ ਐਂਡ ਤੇ ਜਾ ਕੇ ਬਦਲਦੇ ਆ, ਨਹੀਂ ਬਦਲਦੇ, ਕੀ ਉਹ ਪੱਕੇ ਸਪੋਰਟਰ ਬਣ ਕੇ ਰਹਿਣਗੇ, ਕਿੰਨੀਆਂ ਕੁ ਵੋਟਾਂ ਹੁੰਦੀਆਂ ਨੇ ਜੇ, ਕਿਉਂਕਿ ਜੋ ਬਾਈਡਨ ਨੇ ਤਾਂ ਸਿੱਧੇ ਤੌਰ ਤੇ ਕਹਿ ਦਿੱਤਾ ਹੈ ਕਿ ਜੇ ਕੋਈ ਵੀ ਇਲੈਕਸ਼ਨ ਮੈਡਲਿੰਗ ਨਹੀਂ ਹੁੰਦੀ ਨਾ ਤਾਂ ਮੈਂ ਜਿੱਤਾਂਗਾ, ਕੋਈ ਟਰੰਪ ਨਹੀਂ ਜਿੱਤਣਗੇ, ਕਿਉਂਕਿ ਲੋਕ ਜਿਹੜੇ ਨੇ ਬਹੁਤ ਪਰੇਸ਼ਾਨ ਹੈਗੇ ਨੇ। ਪਰ ਹੁਣ ਇਲੈਕਸ਼ਨ ਮੈਡਲਿੰਗ ਹੁੰਦੀ ਹੈ, ਰਸ਼ੀਆ ਫੇਰ ਇੰਟਰਵੀਨ ਕਰਦਾ ਹੈ ਕਿ ਨਹੀਂ ਕਰਦਾ, ਇਹ ਜਿਹੜਾ ਹੈ 3 ਤਰੀਕ ਤੋਂ ਬਾਅਦ ਪਤਾ ਚੱਲੂਗਾ। That's very interesting to see that, and it's a pretty dramatic game playing in America that never seen before. And ਬਾਕੀ ਜਿਹੜੀਆਂ ਬਾਹਰਲੀਆਂ ਤਾਕਤਾਂ ਆ, ਚਾਈਨਾ ਜਾਂ ਰਸ਼ੀਆ, ਉਹਨਾਂ ਦਾ ਕੀ ਰੋਲ ਹੁੰਦਾ behind the scene will be very interesting to watch. ਪਰ ਆਪਾਂ ਥੋੜੀ ਜੀ ਗੱਲਬਾਤ ਆਪਣੇ ਪ੍ਰੋਵਿੰਸ਼ੀਅਲ ਬ੍ਰਿਟਿਸ਼ ਕੋਲੰਬੀਆ 'ਚ ਵੀ ਜਿਹੜੀ ਹੈਗੀ ਇਲੈਕਸ਼ਨ ਦਾ ਮਾਹੌਲ ਕਾਫੀ ਭਖ ਰਿਹਾ ਹੈ। ਤਿੰਨੇ ਹੀ ਲੀਡਰ ਜਿਹੜੇ ਐਂਡਰੂ ਵਿਲਕਨਸਨ BC ਲਿਬਰਲ ਲੀਡਰ, ਜੌਨ ਹੌਰਗਨ ਪ੍ਰੀਮੀਅਰ ਐਂਡ NDP ਲੀਡਰ, ਐਂਡ ਸੋਨੀਆ ਫਰਸਟਨੋ BC ਗ੍ਰੀਨ ਪਾਰਟੀ। ਸੋ ਇਹਨਾਂ ਤੇ ਕਾਫੀ ਆਪਦੇ ਪਲੇਟਫਾਰਮ ਹੌਲੀ ਹੌਲੀ ਇਹ ਲੀਕ ਰਹੇ ਹੈ ਤੇ ਕਾਫੀ ਜਿਹੜੇ ਪ੍ਰੋਮਿਸਿਸ ਕੀਤੇ ਜਾ ਰਹੇ ਹੈ। ਸੋ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ? ਬਿਲਕੁਲ, ਜਿਵੇਂ ਤੁਸੀਂ ਕਿਹਾ ਕਿ ਇਲੈਕਸ਼ਨ ਦਾ ਮੁੱਦਾ ਜਿਹੜਾ ਭਖਦਾ ਜਾ ਰਿਹਾ ਹੈਗਾ ਹੈ। ਜਦੋਂ ਹੁਣ ਸਨੈਪ ਇਲੈਕਸ਼ਨ ਦੀ ਗੱਲ ਹੋਈ ਸੀ, ਵੀ ਆਰ ਇਨ ਮਿਡਲ ਆਫ ਪੈਂਡੈਮਿਕ, ਤੇ ਪੈਂਡੈਮਿਕ ਦੇ ਵਿੱਚ ਬਹੁਤੇ ਲੋਕ ਜਿਹੜੇ ਹੈਗੇ ਨੇ ਉਹ ਇਹ ਕਹਿ ਰਹੇ ਸੀ ਕਿ ਇਲੈਕਸ਼ਨ ਕਰਵਾਉਣਾ ਇਸ ਵੇਲੇ ਜ਼ਰੂਰੀ ਨਹੀਂ ਸੀਗਾ। ਪਰ ਫਿਰ ਵੀ ਜਿਹੜੇ ਇਲੈਕਸ਼ਨ ਕਰਵਾਏ ਗਏ ਹੈਗੇ ਨੇ, ਵੱਖ-ਵੱਖ ਪਾਰਟੀਆਂ ਆਪਣੇ ਪਲੇਟਫਾਰਮ ਹੁਣ ਰਿਲੀਜ਼ ਕਰਨ ਲੱਗੀਆਂ ਨੇ। ਪਹਿਲਾਂ ਜਿੱਦ ਫਰਸਟ ਡੇ ਅਨਾਉਂਸ ਹੋਇਆ ਹੈ ਉਸ ਦਿਨ ਤਾਂ ਹਰ ਪਾਰਟੀ ਇਹ ਕਹਿ ਰਹੀ ਸੀ ਕਿ ਲੋੜ ਨਹੀਂ ਹੈਗੀ ਇਹਨਾਂ ਇਲੈਕਸ਼ਨਸ ਦੀ, ਹੋਣੀਆਂ ਨਹੀਂ ਚਾਹੀਦੀਆਂ ਸੀ। ਪਰ NDP ਵੱਲੋਂ ਇਹ ਕਿਹਾ ਜਾ ਰਿਹਾ ਕਿ ਜੇ ਨੈਕਸਟ ਈਅਰ ਵੀ ਹੁੰਦੀਆਂ ਇਲੈਕਸ਼ਨ ਤਾਂ ਅਸੀਂ ਉਦੋਂ ਵੀ ਪੈਂਡੈਮਿਕ ਦੇ ਵਿੱਚ ਹੋਣਾ ਸੀ। ਪਰ ਦੂਜੀਆਂ ਪਾਰਟੀਆਂ ਕਹਿ ਰਹੀਆਂ ਕਿ ਅਸੀਂ ਇਹਨਾਂ ਦਾ ਸਾਥ ਦੇ ਰਹੇ ਸੀ, ਕੌਨਫੀਡੈਂਸ ਵੋਟ ਅਸੀਂ ਦੇ ਰਹੇ ਸੀ। ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਸੀ ਜੇ ਘਾਟਾ ਜਿਹੜਾ ਨਾ ਗ੍ਰੀਨ ਪਾਰਟੀ ਨੂੰ ਪੈਣਾ ਆ, ਕਿਉਂਕਿ ਗ੍ਰੀਨ ਪਾਰਟੀ ਦੇ ਜੋ ਲੀਡਰ ਸੀਗੇ ਉਹ 2 ਵੀਕ ਪਹਿਲਾਂ ਹੀ ਜਿਹੜੇ ਚੁਣੇ ਗਏ ਸੀਗੇ, ਉਹਨਾਂ ਨੂੰ ਬਹੁਤੇ ਲੋਕ ਜਾਣਦੇ ਵੀ ਨਹੀਂ ਹੈਗੇ। ਉਹਨਾਂ ਦਾ ਫੇਸ ਜਿਹੜਾ ਹੈਗਾ ਆ ਉਹ ਇੰਨਾ ਲੋਕਾਂ ਦੇ ਵਿਚਕਾਰ ਨਹੀਂ ਗਿਆ ਹੋਇਆ, ਤੇ 2 ਹਫ਼ਤਿਆਂ ਤੋਂ ਬਾਅਦ ਹੀ ਉਹਨਾਂ ਨੂੰ ਹੁਣ ਇਲੈਕਸ਼ਨ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ। ਜਿਹੜਾ that's a very interesting observation. So not only Green Party, ਕਿਉਂਕਿ ਜਿਹੜਾ ਸਨੈਪ ਇਲੈਕਸ਼ਨ ਕਰਨ ਦੇ ਸਦਕਾ ਜਿਹੜੀਆਂ ਕਾਫੀ ਰਾਈਡਿੰਗਸ ਹੈ, ਐਕਚੁਅਲੀ ਤਿੰਨੇ ਹੀ ਪਾਰਟੀਆਂ, NDP was a little bit more prepared ਕਿਉਂਕਿ ਉਹਨਾਂ ਨੂੰ ਪਤਾ ਕਿ ਅਸੀਂ ਰੈਡੀ ਹਾਂ। ਸੋ ਇੰਟਰਨਲੀ ਉਹ ਆਪਦੀ ਖਬਰ ਜਿਹੜੀ ਹੈਗੀ ਆ ਪਹੁੰਚਾ ਦਿੰਦੇ ਆ ਵੀ ਤਿਆਰੀ ਕਰ ਲਓ। BC ਲਿਬਰਲਸ ਕੈਂਡੀਡੇਟਸ ਵਰ ਨਾਟ ਰੈਡੀ, ਲੋਟ ਆਫ ਰਾਈਡਿੰਗ, ਉਹ ਲਾਸਟ ਮਿੰਟਸ ਤੇ, ਸੋ ਦੇ ਕਾਲਡ ਆਫ ਦੇ, ਪਹਿਲਾਂ ਨੋਮੀਨੇਸ਼ਨ ਹੋਣੀ ਸੀ, ਨੋਮੀਨੇਸ਼ਨ ਕਾਲਡ ਆਫ। ਸੋ ਜਿਹੜੇ ਵਾਈਬਲ ਕੈਂਡੀਡੇਟ ਸੀ ਉਹ ਉਹਨਾਂ ਨੂੰ ਡਿਸਾਈਡ ਕਰਨੇ ਪਏ। ਐਂਡ ਓਬਵੀਅਸਲੀ ਗ੍ਰੀਨ ਪਾਰਟੀ ਇਜ਼ ਜਸਟ ਕਾਟ ਆਫ ਗਾਰਡ, ਤੇ ਉਹਨਾਂ ਦਾ ਮਤਲਬ ਤਿੰਨੇ ਪਾਰਟੀਆਂ ਦਾ, ਖਾਸ ਕਰਕੇ ਬਾਕੀ BC ਲਿਬਰਲ ਸੀ, ਉਹਨਾਂ ਦਾ ਕਹਿਣਾ ਹੈ ਵੀ the government was working well, budget was passed, nobody was giving anybody any headache, ਕੋਈ ਪਿਛਲੇ ਕੋਆਪਰੇਸ਼ਨ ਕਰਕੇ ਕੋਈ ਸਕੈਂਡਲ ਵਾਲੀ ਗੱਲ ਨਹੀਂ ਹੋਈ,
So there was no reason to call election, and next match ho jani, the parties will be more prepared. So I think it's a very opportunist move on John Horgan's part, because ਉਹਨਾਂ ਨੇ ਦੇਖਿਆ ਕਿ poll ਦੇ ਵਿੱਚ lead ਕਰ ਰਹੇ ਆ, and it's a good time to call and election. he was on the first number, ਪਹਿਲੇ ਨੰਬਰ ਤੇ ਸੀਗੇ ਜਦੋਂ ਪੋਲ ਹੋਏ ਸੀ, ਉਹਦੇ ਵਿੱਚ all across Canada ਉਹਨਾਂ ਨੂੰ ਪਹਿਲੇ ਨੰਬਰ ਦੇ ਉੱਤੇ, ਅਸੀਂ ਪਿਛਲੀ ਵਾਰ ਵੀ ਗੱਲ ਕੀਤੀ ਸੀਗੀ ਜਦੋਂ ਆਪਾਂ ਡਿਸਕਸ਼ਨ ਕੀਤੀ ਸੀ ਕਿ ਉਹਨਾਂ ਨੂੰ ਪਹਿਲੇ ਨੰਬਰ ਦੇ ਉੱਤੇ ਦੇਖਿਆ ਜਾ ਰਿਹਾ ਹੈ, ਜਦੋਂ ਜਿਵੇਂ ਉਹਨਾਂ ਨੇ ਹੈਂਡਲ ਕੀਤਾ ਹੈਗਾ ਪੈਂਡੈਮਿਕ ਨੂੰ। ਪਰ ਪੈਂਡੈਮਿਕ ਨੂੰ ਉਹਨਾਂ ਨੇ ਹੈਂਡਲ ਕੀਤਾ ਡਾਕਟਰ ਪੋਨੀ ਹੈਨਰੀ ਦੀ ਮਦਦ ਦੇ ਨਾਲ। ਹੁਣ ਬਾਕੀ ਚੀਜ਼ਾਂ ਨੂੰ ਉਹਨਾਂ ਨੇ ਕਿਵੇਂ ਹੈਂਡਲ ਕੀਤਾ 3 ਸਾਲਾਂ ਦੇ ਵਿੱਚ, ਇਹ ਵੀ ਲੋਕਾਂ ਨੇ ਦੇਖਣਾ ਹੈ ਕਿ 3 ਸਾਲਾਂ ਦੇ ਵਿੱਚ ਉਹਨਾਂ ਨੇ ਕੀ ਕੀਤਾ। ਲਿਬਰਲ ਸਰਕਾਰ ਜਦੋਂ ਪਹਿਲਾਂ ਸੀ 3 ਸਾਲਾਂ ਤੋਂ, ਉਹਨਾਂ ਨੇ ਕੀ ਕੀਤਾ ਸੀ, ਕੀ ਸਾਡੇ ਫਿਊਚਰ ਦੇ ਲਈ ਹੋਊਗਾ। ਅਸੀਂ ਹੁਣ ਇੱਥੇ ਸਾਡੇ ਜਿਹੜੇ ਵਿਊਅਰਸ ਆ ਉਹਨਾਂ ਨੂੰ ਵੀ ਦੱਸ ਦਈਏ ਕਿ ਪਲੇਟਫਾਰਮ ਹੌਲੀ-ਹੌਲੀ ਰਿਲੀਜ਼ ਕੀਤੇ ਜਾ ਰਹੇ ਨੇ, ਐਨਡੀਪੀ ਦੇ ਵੱਲੋਂ ਪਲੇਟਫਾਰਮ ਦਿੱਤਾ ਜਾ ਰਿਹਾ ਹੈਗਾ ਆ। ਅੱਗੇ ਕੀ ਆਉਂਦਾ ਆ, ਅਸੀਂ ਟਾਈਮ ਟੂ ਟਾਈਮ ਤੁਹਾਡੇ ਤੱਕ ਜਿਹੜੀ ਇਨਫੋਰਮੇਸ਼ਨ ਆ ਉਹ ਪਹੁੰਚਾਉਂਦੇ ਰਵਾਂਗੇ ਕਿ ਕਿਹੜੀ ਪਾਰਟੀ ਕੀ ਕੁਝ ਕਰਨ ਲਈ ਵਾਅਦੇ ਕਰ ਰਹੀ ਹੈ, ਕੀ ਕਹਿ ਰਹੀ ਹੈ ਕਿ ਜੇ ਅਸੀਂ ਇਲੈਕਸ਼ਨ ਦੇ ਵਿੱਚ ਜਿੱਤਦੇ ਹਾਂ ਤਾਂ ਅਸੀਂ ਕੀ ਕਰਾਂਗੇ। ਪਲੇਟਫਾਰਮ ਜਿਹੜੇ ਨੇ ਉਹ ਰਿਲੀਜ਼ ਕੀਤੇ ਜਾ ਰਹੇ ਨੇ। ਤੁਸੀਂ ਵੀ ਪਲੇਟਫਾਰਮਸ ਨੂੰ ਦੇਖ ਕੇ ਕੀ ਉਹਨਾਂ ਵੱਲੋਂ ਵਾਅਦੇ ਕੀਤੇ ਗਏ ਸੀ, ਕੀ ਉਹ ਨਿਭਾਏ ਵੀ ਗਏ ਸੀ ਜਾਂ ਨਹੀਂ ਨਿਭਾਏ ਗਏ, ਸੋ ਉਹ ਦੇਖ ਕੇ ਹੀ ਵੋਟ ਪਾਉਣਾ ਕਿ ਤੁਸੀਂ ਕਿਹਨੂੰ ਵੋਟ ਪਾ ਰਹੇ ਹੈਗੇ ਹੋ। ਹੁਣ ਪਲੇਟਫਾਰਮਸ ਦੀ ਅਸੀਂ ਗੱਲ ਕਰ ਰਹੇ ਸੀ ਸੀਜੇ, ਵੀ ਹਰੇਕ ਪਾਰਟੀ ਨੇ ਆਪਣਾ ਪਲੇਟਫਾਰਮ ਜਿਹੜਾ ਉਹ ਰਿਲੀਜ਼ ਕਰ ਦਿੱਤਾ। ਹਾਊਸਿੰਗ ਨੂੰ ਲੈ ਕੇ ਜਿਹੜਾ ਹੈ ਹਰ ਕੋਈ ਪਾਰਟੀ, ਪਹਿਲਾਂ ਇੱਕ ਪਾਰਟੀ ਦਾ ਆਈ ਅਨਾਉਂਸਮੈਂਟ, ਫਿਰ ਦੂਜੀ ਪਾਰਟੀ ਦੀ ਆਈ, ਤੀਜੀ ਪਾਰਟੀ ਦੀ ਆਈ, ਕਿਉਂਕਿ ਹਾਊਸਿੰਗ ਇੱਕ ਬਹੁਤ ਵੱਡਾ ਇਸ਼ੂ ਹੈਗਾ ਆ ਸਾਡੇ ਲੋਅਰ ਮੈਨਲੈਂਡ ਦੇ ਵਿੱਚ ਖਾਸ ਕਰਕੇ। ਫਿਰ ਉਸ ਤੋਂ ਬਾਅਦ ਜਿਹੜੇ ਸੀਨੀਅਰ ਕੇਅਰਸ ਸੀਗੀ ਉਹਦੇ ਲਈ ਆਏ ਅਨਾਉਂਸਮੈਂਟਸ ਆਈਆਂ, ਕਿਉਂਕਿ ਸੀਨੀਅਰਸ ਦਾ ਜਦੋਂ ਅਸੀਂ ਰਿਪੋਰਟ ਵੀ ਦੇਖੀ ਸੀ ਓਨਟੇਰੀਓ ਦੇ ਵਿੱਚ ਮਿਲਟਰੀ ਦੇ ਵੱਲੋਂ ਕੇਅਰ ਹੋਮ ਜਿਹੜੇ ਸੀਗੇ ਉਹ ਇੰਨੀ ਜ਼ਿਆਦਾ ਤਰੀਕੇ ਦੇ ਨਾਲ, ਵਧੀਆ ਤਰੀਕੇ ਦੇ ਨਾਲ ਕੇਅਰ ਨਹੀਂ ਕਰਦੇ ਹੈਗੇ ਸੀਨੀਅਰਸ। ਸਾਰੇ ਕੈਨੇਡਾ ਚ ਸਾਰਨਾ ਆਊਟਬ੍ਰੇਕ ਸ਼ੁਰੂ ਹੋਏ ਜੀ, ਬਿਲਕੁਲ ਕੇਅਰ ਹੋਮਸ ਸੋ ਉਹਨਾਂ ਦੀ ਅਨਾਉਂਸਮੈਂਟ ਜਿਹੜੀ ਉਹ ਨਾਲ ਕਿਤੀ ਜਾ ਰਹੀ ਹੈ। ਹਸਪੀਟਲ ਦਾ ਮੁੱਦਾ ਬਹੁਤ ਉੱਠਿਆ ਆ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਹਸਪੀਟਲ ਦਾ ਮੁੱਦਾ ਜਿਹੜਾ ਹੈਗਾ, ਬੇਸਿਕਲੀ ਉਹਨਾਂ ਨੇ ਆਪਣੇ ਅਨਾਉਂਸ ਕੀਤਾ ਸੀ ਲਾਸਟ ਇਲੈਕਸ਼ਨਸ ਵੀ ਦੇ ਵੱਲ ਓਪਨ ਹੈ ਹਸਪੀਟਲ, ਸੋ ਉਹਦੀ ਬੜੀ ਕੰਟਰੋਵਰਸੀ ਉੱਭਰ ਕੇ ਆ ਰਹੀ ਹੈ। ਜਿਵੇਂ ਮੀਡੀਆ ਦੀ ਰਿਪੋਰਟਸ ਤੋਂ ਪਤਾ ਲੱਗ ਰਿਹਾ ਹੈ ਕਿ ਉਹ ਲੈਂਡ ਹੀ ਹਾਲੇ ਗਵਰਨਮੈਂਟ ਨੇ ਨਹੀਂ ਖਰੀਦੀ, ਤੇ ਜਿਹੜੀ ਲੈਂਡ ਹੀ ਨਹੀਂ ਖਰੀਦੀ ਉਹ ਤੇ ਹਸਪਤਾਲ ਕਿਵੇਂ ਬਣਨਾ ਆ। ਦੂਜੇ ਪਾਸੇ ਜਿਵੇਂ ਕਾਊਚਨ ਵੈਲੀ ਹੈ, ਜਿੱਥੋਂ ਦੇ ਸੋਨੀਆ ਫਰਸਨੋ MLA ਹੈ ਤੇ ਪਲੱਸ ਇਜ਼ BC ਗ੍ਰੀਨ ਪਾਰਟੀ, ਉਹ ਕਹਿੰਦੇ ਇਹਦਾ 2018 ਚ ਆਪਣੇ ਸ਼ੁਰੂ ਹੋ ਗਿਆ ਸੀ ਕੰਮ, ਉਹਨੂੰ ਦੁਬਾਰਾ ਅਨਾਉਂਸ ਕਰਨ ਦੀ ਜਿਹੜੀ ਲੋੜ ਹੀ ਨਹੀਂ ਸੀਗੀ। ਸੋ ਕਈ ਜਿਹੜੇ ਵਾਅਦੇ ਆ ਉਹ ਰਿਪੀਟ ਹੋਣਗੇ, ਕਈ ਵਾਅਦੇ ਜਿਹੜੇ ਪੁਰਾਣੇ ਹੈਗੇ ਆ ਉਹ ਚੇਂਜ ਹੋਣਗੇ। ਜਿਵੇਂ ਹੁਣ BC ਲਿਬਰਲਸ ਹੈ, ਉਹ ਕਹਿ ਰਹੇ ਆ ਕਿ ਜਿਹੜੀ ਮੈਸੀ ਟਨਲ 10 ਲੇਨ ਹਾਈਵੇ ਬਣਨਾ ਚਾਹੀਦਾ। ਉਸ ਤੋਂ ਬਾਅਦ ਜਿਹੜੀ ਨਵੀਂ ਅਨਾਉਂਸਮੈਂਟ ਆਈ ਹੈ ਕਿ ICBC ਜਿਹੜੀ ਹੈਗੀ ਆ ਕੱਲੀ ਉਹਦੀ ਮੋਨੋਪੋਲੀ ਨਹੀਂ ਹੋਣੀ ਚਾਹੀਦੀ, ਉਹਦਾ ਪ੍ਰਾਈਵੇਟਾਈਜੇਸ਼ਨ ਹੋਣਾ ਚਾਹੀਦਾ। ਬਾਕੀ ਤੁਸੀਂ ਜਿਹੜਾ ਕਹਿ ਰਹੇ ਸੀਗੇ ਕੇਅਰ ਹੋਮਸ ਦਾ, ਮਿਸਟਰ ਹੋਰਗਨ ਨੇ ਅਨਾਉਂਸ ਕੀਤਾ ਕਿ $1.4 ਬਿਲੀਅਨ ਤਾਂ ਕਿ ਜਿਹੜੇ 3-3 4-4 ਬੰਦੇ ਨਾ ਹੋਣ, ਤਾਂ ਕਿ ਜਿਹੜੇ ਸਪੇਸਿਸ ਹੈ ਉਸ 'ਚ ਇੱਕ ਬੰਦਾ ਰਹਿ ਸਕੇ। ਇਸੇ ਤਰ੍ਹਾਂ ਹੀ ਜਿਹੜੀ ਆਪਣੀ ਗ੍ਰੀਨ ਪਾਰਟੀ ਹੈ ਉਹ ਅਨਾਉਂਸ ਕਰ ਰਹੇ ਹੈ अर्ली चाइल्डहुड एजुकेशन 3 to 4 ईयर ओल्ड्स ਜਿਹੜੇ ਹੈ ਉਹਨਾਂ ਲਈ ਸਪੈਸ਼ਲ ਜਿਹੜੇ ਬੈਨੀਫਿਟ ਹੈ, ਜਾਂ ਟੇਕ ਹੋਮ ਜਿਹੜੇ ਪੇਰੈਂਟਸ ਹੈ ਉਹਨਾਂ ਲਈ $500 ਦਾ ਜਿਹੜਾ ਬੈਨੀਫਿਟ ਹੈ। ਐਂਡ ਇੰਟਰਸਟਿੰਗ ਇਨਫ ਅੱਜ ਮਤਲਬ ਉਹਨਾਂ ਨੇ NDP ਨੇ ਕੀਤਾ, ਸਮਟਾਈਮ ਸੀਮਸ ਲਾਈਕ ਅ ਵੋਟ ਬਾਇੰਗ ਸਟ੍ਰੈਟਜੀਜ਼। ਮਤਲਬ ਪਹਿਲਾਂ ਤਾਂ ਇਹਨਾਂ ਨੇ ਕਿਹਾ ਕਿ ICBC ਜਿਹੜੀ ਹੈਗੀ ਹੈ ਉਹ ਜਿਹੜੀ ਰਿਬੇਟ ਲੋਕਾਂ ਨੂੰ ਭੇਜੀ ਜਾਊਗੀ, ਰਿਬੇਟ ਚੈੱਕ ਪਰਸੋਂ ਜਾਂ ਉਹਨਾਂ ਦਾ ਅਨਾਉਂਸ ਆਇਆ $400 and today it came that every British Columbian will get $1,000 recovery benefit. So like in election time, and being an economist in my as a professor in India and being a financial planner here, where the money will come from? Either you or your children or our grandchildren will pay that by taxes. ਬਿਲਕੁਲ, ਬਹੁਤ ਸਾਰੀਆਂ ਅਨਾਉਂਸਮੈਂਟਸ ਜਿਹੜੀਆਂ ਆਉਣਗੀਆਂ, ਚਾਹੇ ਉਹ NDP ਦੇ ਵੱਲੋਂ ਆ, ਚਾਹੇ ਲਿਬਰਲਸ ਦੇ ਵੱਲੋਂ ਆ, ਤੇ ਚਾਹੇ ਉਹ ਹੋਣਗੀਆਂ ਗ੍ਰੀਨ ਪਾਰਟੀ ਦੇ ਵੱਲੋਂ, ਕਿਉਂਕਿ ਜਦੋਂ ਅਸੀਂ ਲਿਬਰਲਸ ਦੀ ਗੱਲ ਕਰਦੇ ਹਾਂ ਤਾਂ ਉਹ PST ਐਗਜ਼ੈਂਪਟ ਕਰਨ ਨੂੰ ਕਹਿ ਰਹੇ ਹੈਗੇ ਨੇ। ਉਹ ਕਹਿ ਰਹੇ ਨੇ ਕਿ 1 ਸਾਲ ਦੇ ਲਈ PST ਐਗਜ਼ੈਂਪਟ ਹੋਊਗਾ। NDP ਕਹਿ ਰਹੀ ਹੈ ਕਿ $1,000 ਦਿੱਤਾ ਜਾਊਗਾ। ਗ੍ਰੀਨ ਪਾਰਟੀ ਜਿਹੜੀ ਹੈਗੀ ਆ ਉਹ ਕਹਿ ਰਹੀ ਹੈ ਕਿ MSP ਦੇ ਅੰਡਰ ਜਿਹੜਾ ਹੈਗਾ ਉਹ ਮੈਂਟਲ ਹੈਲਥ ਅਸੀਂ ਕਵਰ ਕਰਾਂਗੇ। ਸੋ ਇੱਕ ਹਿਸਾਬ ਦਾ ਹਰ ਪਾਰਟੀ ਉਹ ਚਾਹੁੰਦੀ ਹੈ ਕਿ ਅਸੀਂ ਵੋਟਰਸ ਨੂੰ ਆਪਣੇ ਵੱਲ ਕਰ ਲਈਏ, ਕਿ ਅਸੀਂ ਇੱਕ ਵਾਰ ਪ੍ਰੋਮਿਸ ਦੇ ਦਈਏ, ਆਪਣਾ ਪਲੇਟਫਾਰਮ ਦੇ ਦਈਏ, ਅਸੀਂ ਕਹਿ ਦਈਏ ਕਿ ਅਸੀਂ ਇਹ ਵਾਅਦੇ ਪੂਰੇ ਕਰਾਂਗੇ। ਹੁਣ ਕਿਹੜੀ ਪਾਰਟੀ ਵਾਅਦੇ ਪੂਰੇ ਕਰਦੀ ਹੈ ਨਹੀਂ ਕਰਦੀ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਲੈਕਸ਼ਨਸ ਦੇ ਵਿੱਚ ਸਾਹਮਣੇ ਆ ਰਹੀਆਂ ਨੇ। ਅੱਜ ਆਪਣੇ ਕੋਲ ਇੰਨਾ ਕੀ ਟਾਈਮ ਸੀ ਸੀਜੇ, ਤੇ ਹੋਰ ਕੀ ਕਹਿਣਾ ਚਾਹੁੰਦੇ ਆ ਲਾਸਟ ਦੇ ਉੱਤੇ? ਇੱਕ ਖਾਸ ਜਿਹੜਾ ਪੁਆਇੰਟ ਹੈਗਾ ਅਰਸ਼, ਜਿਵੇਂ ਤੁਸੀਂ ਕਿਹਾ ਕਿ ਐਂਡ ਤੇ ਕੀ ਕਹਿਣਾ ਚਾਹੁੰਦੇ ਹੋ, ਉਸ ਦੇ ਵਿੱਚ ਜਿਹੜਾ RCMP ਤੇ ਲੋਕਲ ਪੁਲਿਸ ਦਾ ਦੈਟਸ ਅ ਮਿਊਨਿਸਪਲ ਇਸ਼ੂ, ਬਟ ਉਹ ਇਲੈਕਸ਼ਨ ਦੇ ਵਿੱਚ ਜਾ ਰਿਹਾ, ਉਹ ਵੀ ਇਲੈਕਸ਼ਨ ਨੂੰ ਫੁੱਟਬਾਲ ਬਣਾ ਲਿਆ ਉਹਨਾਂ ਨੇ, ਹਾਲਾਂਕਿ ਇਸ ਮਿਊਨਿਸਪਲ ਮੁੱਦਾ। ਸੋ ਨਾਓ
ਜਿਹੜੀ ਐਨਡੀਪੀ ਹੈ ਉਹ ਕਹਿ ਰਹੇ ਆ ਕਿ ਜਿਹੜਾ ਪ੍ਰੋਵਿੰਸ਼ੀਅਲ ਦਾ ਰੋਲ ਹੈ ਅਸੀਂ ਉਹੀ ਰੱਖਣਾ ਹੈ, ਪਰ ਮਿਸਟਰ ਵਿਲਕਨਸਨ ਐਂਡਰੂ ਵਿਲਕਨਸਨ ਜਿਹੜੇ BC ਲਿਬਰਲ ਉਹ ਕਹਿੰਦੇ ਵੀ ਇਹ ਰੈਫਰੈਂਡਮ ਕਰਾਉਣਾ ਚਾਹੀਦਾ। ਸੋ ਇਹ ਜਿਹੜਾ ਹੈ ਵਾਟਰ ਇਸ ਗੈਟਿੰਗ ਮਡੀ, ਪਾਰਟੀਜ਼ ਆਰ ਗੈਟਿੰਗ ਅਗਰੈਸਿਵ, ਇਟ ਵਿਲ ਬੀ ਇੰਟਰਸਟਿੰਗ ਟੂ ਸੀ। ਇਸੇ ਤਰ੍ਹਾਂ ਹੀ ਅਸੀਂ ਪਰਤ ਕੇ ਆਵਾਂਗੇ, ਮੈਂ ਤੇ ਅਰਸ਼, ਤੇ ਤੁਹਾਨੂੰ ਅਪਡੇਟ ਕਰਾਉਂਦੇ ਰਹਾਂਗੇ ਇਲੈਕਸ਼ਨ 'ਚ ਕਿਹੜੇ ਵਾਅਦੇ ਹੋ ਰਹੇ ਆ, ਕਿਵੇਂ ਉਹ ਵਾਅਦਿਆਂ ਨੂੰ ਇਹਨਾਂ ਨੇ ਬਜਟ ਦੇ ਵਿੱਚ ਕਿਵੇਂ ਕਰਨਗੇ ਤੇ ਇਹਨੂੰ ਕੌਣ ਪੇ ਕਰੂਗਾ। ਬਿਲਕੁਲ, ਤੇ ਨਾਲ ਨਾਲ ਤੁਹਾਨੂੰ ਮੈਂ ਦੱਸ ਦਵਾਂ ਕਿ ਵੋਟ ਜ਼ਰੂਰ ਪਾਉਣੀ ਹੈਗੀ ਹੈ। ਜੇ ਤੁਸੀਂ ਨਹੀਂ ਸੇਫ ਸਮਝਦੇ ਵੋਟ ਪਾਉਣਾ ਪੋਲਿੰਗ ਸਟੇਸ਼ਨ ਦੇ ਉੱਤੇ ਜਾ ਕੇ, ਤਾਂ ਤੁਸੀਂ ਉਹ ਆਪਣੀ ਵੋਟ ਜਿਹੜੀ ਹੈ ਉਹ ਘਰੇ ਮੰਗਵਾ ਸਕਦੇ ਹੋ ਤੇ ਘਰੇ ਮੰਗਾ ਕੇ ਮੇਲ ਇਨ ਬੈਲਟ ਕਰ ਸਕਦੇ ਹੋ। ਪਰ ਇੱਥੇ ਇਹ ਵੀ ਦੱਸਣਾ ਬਣਦਾ ਹੈਗਾ ਹੈ ਕਿ ਤੁਸੀਂ ਪਹਿਲਾਂ ਐਡਵਾਂਸ ਪੋਲ ਤੇ ਜਾ ਕੇ ਵੋਟਾਂ ਪਾ ਸਕਦੇ ਹੋ। 15 ਤਰੀਕ ਤੋਂ ਲੈ ਕੇ 21 ਤਰੀਕ ਤੱਕ ਆਪਣੇ ਜਿਹੜਾ ਵੀ ਤੁਹਾਡਾ ਪੋਲਿੰਗ ਸਟੇਸ਼ਨ ਆ ਉੱਥੇ ਜਾ ਕੇ ਤੁਸੀਂ ਵੋਟਾਂ ਜਿਹੜੀਆਂ ਪਾ ਸਕਦੇ ਹੋ। 8 ਵਜੇ ਤੋਂ ਲੈ ਕੇ 8 ਵਜੇ ਤੱਕ ਉਹ ਪੋਲਿੰਗ ਸਟੇਸ਼ਨ ਖੁੱਲੇ ਰਹਿਣਗੇ। 24 ਤਰੀਕ ਨੂੰ ਵੋਟਾਂ ਨੇ ਦੇਖਣਾ ਹੋਵੇਗਾ ਕਿ ਲਿਬਰਲ ਜਿੱਤਦੀ ਹੈ, ਐਨਡੀਪੀ ਜਿੱਤਦੀ ਹੈ, ਗ੍ਰੀਨ ਪਾਰਟੀ ਨੂੰ ਕਿੰਨੀਆਂ ਸੀਟਾਂ ਜਾਂਦੀਆਂ ਨੇ, ਗ੍ਰੀਨ ਪਾਰਟੀ ਜੇ ਮਾਈਨੋਰਿਟੀ ਆਉਂਦੀ ਹੈ ਤਾਂ ਗ੍ਰੀਨ ਪਾਰਟੀ ਕਿਸ ਦਾ ਸਾਥ ਦਿੰਦੀ ਹੈ। ਬਹੁਤ ਸਾਰੇ ਕੁਐਸਚਨ ਹੈਗੇ ਨੇ, ਤੁਹਾਨੂੰ ਨਾਲ ਅਸੀਂ ਇਨਫੋਰਮ ਕਰਦੇ ਰਵਾਂਗੇ ਕਿ ਕੀ ਕੁਝ ਹੋ ਰਿਹਾ ਹੈਗਾ। ਫਿਲਹਾਲ ਮੈਨੂੰ ਤੇ ਸੀਜ਼ਨ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ।